ब्रिटिश कोलंबिया ਦੇ ਵਿੱਚ ਲਗਭਗ ਪੂਰੇ ਸੂਬੇ 'ਚ ਹੀ ਮੀਂਹ ਕਣੀ ਵਾਲਾ ਮੌਸਮ ਹੈ ਤੇ ਕੁਝ ਹਿੱਸਿਆਂ ਦੇ ਵਿੱਚ ਤੂਫਾਨ ਵੀ ਆਇਆ ਤੇ ਜੰਗਲੀ ਅੱਗਾਂ ਦੇ ਨਾਲ ਸੂਬਾ ਪਹਿਲਾਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਕੁਝ ਮਾਹਰਾਂ ਵੱਲੋਂ ਇਹ ਚਿੰਤਾ ਵੀ ਪ੍ਰਗਟਾਈ ਜਾ ਰਹੀ ਹੈ ਕਿ ਜੇਕਰ ਬਿਜਲੀ ਚਮਕਦੀ ਹੈ ਤਾਂ ਇਸ ਦੇ ਨਾਲ ਜੰਗਲੀ ਅੱਗਾਂ 'ਚ ਵਾਧਾ ਹੋ ਸਕਦਾ ਹੈ। ਮੈਟਰੋ ਵੈਨਕੂਵਰ ਏਰੀਏ ਦੇ ਵਿੱਚ ਅਤੇ ਫਰੇਜ਼ਰ ਵੈਲੀ ਦੇ ਵਿੱਚ ਵੀ ਬਿਜਲੀ ਚਮਕ ਸਕਦੀ ਹੈ ਕਿਉਂਕਿ ਬੀਤੇ ਦਿਨੀ ਇਸ ਇਲਾਕੇ ਦੇ ਵਿੱਚ ਵੀ ਜੰਗਲੀ ਅੱਗਾਂ ਦੇ ਧੂਏ ਦੇ ਕਾਰਨ ਕਈ ਪ੍ਰਕਾਰ ਦੀਆਂ एडवाइजरी जारी कीतियां गईयां सन। खास करके एयर एडवाइजरी लगाई गई सी पर हुण मौसम च तब्दीली तो बाद एयर एडवाइजरी नूं हटा दिता गया है। कुछ माहरां दा मनना है कि आसमानी बिजली चमकण दे नाल कुछ इलाकिਆਂ 'ਚ ਅੱਗ ਲੱਗ ਸਕਦੀ ਹੈ पर जेकर आउण वाले दिनां दे विच मौसम सिला रहिंदा है, बदलबाई वाला मींह कणी वाला रहिंदा है ਤਾਂ ਇਸ ਦਾ ਖਤਰਾ ਘਟ ਸਕਦਾ ਹੈ। ਪਰ ਜੇਕਰ ਮੌਸਮ 'ਚ ਦੁਬਾਰਾ ਤੋਂ ਖੁਸ਼ਕੀ ਪਰਤਦੀ ਹੈ ਤਾਂ ਇਹ ਮੀਂਹ ਕਣੀ ਜੰਗਲੀ ਅੱਗਾਂ ਦੇ ਲਈ ਘਾਤਕ ਸਿੱਧ ਹੋ ਸਕਦੀ ਹੈ। ਕਾਬਲੇ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰੋਵਿੰਸ ਇਸ ਸਾਲ ਜੰਗਲੀ ਅੱਗਾਂ ਦੇ ਸਭ ਤੋਂ ਬੁਰੇ ਦੌਰ ਦੇ ਵਿੱਚੋਂ ਲੰਘ ਰਿਹਾ ਹੈ। ਕੈਨੇਡਾ ਸਮੇਤ ਦੁਨੀਆ ਭਰ ਦੇ ਫਾਇਰ ਫਾਈਟਰਸ ਦੇ ਵੱਲੋਂ ਪ੍ਰੋਵਿੰਸ ਦੇ ਵਿੱਚ ਜੰਗਲੀ ਅੱਗਾਂ ਤੇ ਕੰਟਰੋਲ ਪਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਇਹਦੇ ਬਾਵਜੂਦ ਵੀ ਓਕਨਾਗਨ ਵੈਸਟ ਕਲੋਨਾ ਅਤੇ ਜੈਲੋ ਨਾਈਫ ਤੱਕ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ-ਬਾਰ ਛੱਡਣੇ ਪਏ ਨੇ। ਨਾਰਥ ਵੈਸਟ ਟੈਰੀਟੋਰੀਜ਼ ਦੇ ਵੱਲੋਂ ਵੀ ਆਪਣੀਆਂ ਚੋਣਾਂ ਨੂੰ ਜੰਗਲੀ ਅੱਗਾਂ ਦੇ ਚਲਦਿਆਂ ਰੱਦ ਕਰਕੇ ਅਗਾਂਹ ਕਰ ਦਿੱਤਾ ਗਿਆ। ਇਹ ਹੁਣ ਨਵੰਬਰ ਦੇ ਵਿੱਚ ਹੋਣਗੀਆਂ ਅਤੇ ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਵਾਰ ਦਾ ਫਾਇਰ ਸੀਜ਼ਨ ਕੈਨੇਡੀਅਨ ਇਤਿਹਾਸ ਦੇ ਵਿੱਚ ਸਭ ਤੋਂ ਲੰਬਾ ਤੇ ਖਤਰਨਾਕ ਫਾਇਰ ਸੀਜ਼ਨ ਸੀ ਅਤੇ ਭਵਿੱਖ ਦੇ ਵਿੱਚ ਵੀ ਇਸ ਢੰਗ ਦਾ ਮੌਸਮ ਰਹਿ ਸਕਦਾ ਜਿਸ ਦੇ ਲਈ ਸਰਕਾਰਾਂ ਨੂੰ ਤਿਆਰੀਆਂ ਕਰਨੀਆਂ ਚਾਹੀਦੀਆਂ ਨੇ। ਖੁਸ਼ਕ ਮੌਸਮ ਦੇ ਚਲਦਿਆਂ ਮੈਟਰੋ ਵੈਨਕੂਵਰ ਇਲਾਕੇ ਦੇ ਵਿੱਚ ਪਾਣੀ ਦੀ ਵਰਤੋਂ ਦੇ ਉੱਪਰ ਵੀ ਪਾਬੰਦੀਆਂ ਲਗਾਈਆਂ ਗਈਆਂ ਸਨ ਜਿਸ ਦੇ ਤਹਿਤ ਘਾਹ ਨੂੰ ਪਾਣੀ ਦੇਣ, ਡਰਾਈਵੇ ਅਤੇ ਸਾਈਡਵਾਕ ਧੋਣ ਅਤੇ ਸਬਜ਼ੀਆਂ ਨੂੰ ਸਵੇਰੇ 9 ਵਜੇ ਤੱਕ ਛਿੜਕਾਓ ਕਰਨ ਦੀ ਆਗਿਆ ਦਿੱਤੀ ਗਈ ਸੀ। ਇਸ ਦੀ ਉਲੰਘਣਾ ਕਰਨ ਤੇ ਸਰੀ ਦੇ ਵਿੱਚ $300 ਤੇ ਕੁਝ ਸ਼ਹਿਰਾਂ ਦੇ ਵਿੱਚ $500 ਦੇ ਜੁਰਮਾਨੇ ਵੀ ਕੀਤੇ ਗਏ ਸਨ। ਸੋ ਹੁਣ ਮੌਸਮ ਦੇ ਵਿੱਚ ਤਬਦੀਲੀ ਆਰਜੀ ਤੌਰ ਤੇ ਆਈ ਹੈ ਪਰ ਆਉਣ ਵਾਲੇ ਦਿਨਾਂ 'ਚ ਸਵੇਰੇ ਸ਼ਾਮ ਦਾ ਮੌਸਮ ਜ਼ਰੂਰ ਠੰਡਾ ਰਹੇਗਾ ਜਿਹਦੇ ਨਾਲ ਲੋਕ ਬਿਮਾਰ ਵੀ ਪੈ ਸਕਦੇ ਨੇ ਤਾਂ ਇਸ ਕਰਕੇ ਇਸ ਬਦਲਦੇ ਮੌਸਮ 'ਚ ਖਾਸ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦਰਮਿਆਨੀ ਅਤੇ ਘੱਟ ਆਮਦਨ ਵਾਲੇ ਕਿਰਾਏਦਾਰਾਂ ਨੂੰ ਸਸਤੇ ਰੈਂਟਲ ਯੂਨਿਟ ਮੁਹੱਈਆ ਕਰਵਾਉਣ ਦੇ ਲਈ ਹਾਊਸਿੰਗ ਮਿਨਿਸਟਰ ਰਵੀ ਕਾਲੋ ਦੇ ਵੱਲੋਂ CHF ਫੰਡਿੰਗ ਅਤੇ ਬਿਲਡਿੰਗ BC ਦੇ ਤਹਿਤ 500 ਨਵੇਂ ਘਰ ਬਣਾ ਕੇ ਲੋਕਾਂ ਤੱਕ ਪੁੱਜਦਾ ਰੱਖਣ ਦਾ ਐਲਾਨ ਕੀਤਾ ਗਿਆ। ਇਸ ਸੰਬੰਧੀ ਉਹਨਾਂ ਆਖਿਆ ਕਿ ਗੈਰ ਮੁਨਾਫਾ ਸੰਸਥਾਵਾਂ, ਹਾਊਸਿੰਗ ਕੋਆਪਰੇਟਿਵ ਮਿਊਨਿਸਪੈਲਿਟੀਜ਼ ਅਤੇ ਫਸਟ ਨੇਸ਼ਨ ਦੀਆਂ ਬਹੁਤ ਸਾਰੀਆਂ ਸੁਸਾਇਟੀਆਂ ਦੇ ਨਾਲ ਮਿਲ ਕੇ ਅਰਜ਼ੀਆਂ ਮੰਗੀਆਂ ਗਈਆਂ ਨੇ। ਮਿਨਿਸਟਰ ਰਵੀ ਕਾਲੋ ਨੇ ਆਖਿਆ ਕਿ ਇਹ ਨਵੇਂ BC ਅਫੋਰਡੇਬਲ ਰੈਂਟਲ ਯੂਨਿਟਸ ਦਾ ਕੰਮ 2024 ਦੇ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਿਡਲ ਅਤੇ ਘੱਟ ਆਮਦਨ ਵਾਲੇ ਲੋਕਾਂ ਨੂੰ ਨਵੇਂ ਕਿਫਾਇਤੀ ਕਿਰਾਏ ਤੇ ਘਰ ਜਲਦੀ ਤੋਂ ਜਲਦੀ ਮੁਹੱਈਆ ਹੋਣਗੇ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ ਗੈਰ ਮੁਨਾਫਾ ਸੰਸਥਾਵਾਂ, ਫਸਟ ਨੇਸ਼ਨਸ ਅਤੇ ਮਿਊਨਿਸਪੈਲਿਟੀਜ਼ ਤੇ ਹੋਰ ਸੰਸਥਾਵਾਂ ਨੂੰ ਬਿਲਡਿੰਗ BC ਕਮਿਊਨਿਟੀ ਹਾਊਸਿੰਗ ਫੰਡ ਅਤੇ ਪ੍ਰਪੋਜ਼ਲ ਪੇਸ਼ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ। ਹਾਊਸਿੰਗ ਮਿਨਿਸਟਰ ਰਵੀ ਕਾਲੋ ਦਾ ਕਹਿਣਾ ਹੈ ਕਿ CHF ਫੰਡਿੰਗ ਦੇ ਇਸ ਨਵੇਂ ਦੌਰ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਲਗਭਗ 3500 ਨਵੇਂ ਘਰ ਬਣਾ ਕੇ ਵਧੇਰੇ ਲੋਕਾਂ ਨੂੰ ਇੱਕ ਕਿਫਾਇਤੀ ਜਗ੍ਹਾ ਮੁਹੱਈਆ ਕਰਵਾਈ ਜਾ ਸਕੇ। ਹਾਊਸਿੰਗ ਮਿਨਿਸਟਰ ਅਨੁਸਾਰ 2032 ਤੱਕ 20,000 CHF ਫੰਡ ਵਾਲੇ ਘਰਾਂ ਦੇ ਸਾਡੇ ਟੀਚੇ ਵੱਲ ਇਹ ਇੱਕ ਮਹੱਤਵਪੂਰਨ ਕਦਮ ਹੈ ਕਿਉਂਕਿ ਸੂਬਾ ਚਾਹੁੰਦਾ ਹੈ ਕਿ ਘਰਾਂ ਦੀ ਗਿਣਤੀ ਨੂੰ ਤੇਜ਼ੀ ਦੇ ਨਾਲ ਵਧਾਇਆ ਜਾ ਸਕੇ ਤਾਂ ਜੋ ਵੱਧ ਤੋਂ ਵੱਧ ਘੱਟ ਤੇ ਦਰਮਿਆਨੀ ਆਮਦਨ ਵਾਲੇ ਲੋਕਾਂ ਦੀ ਕਿਰਾਏ ਤੇ ਰਹਿਣ ਦੇ ਲਈ ਅਫੋਰਡੇਬਲ ਹਾਊਸਿੰਗ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇ। CHF ਲਈ ਅਰਜ਼ੀਆਂ ਨੂੰ BC ਹਾਊਸਿੰਗ ਦੁਆਰਾ 2023 ਦੇ ਵਿੱਚ ਸਵੀਕਾਰ ਕਰਕੇ ਪ੍ਰੋਜੈਕਟ ਦਾ ਮੁਲਾਂਕਣ ਕੀਤਾ ਜਾਏਗਾ ਤੇ ਇਸ ਦੇ ਬਾਅਦ 2024 ਦੇ ਵਿੱਚ ਸੰਭਾਵਨਾ ਹੈ ਕਿ 3500 ਯੂਨਿਟਾਂ ਵਾਲੇ ਨਵੇਂ ਪ੍ਰੋਜੈਕਟਾਂ ਦਾ ਕੰਮਕਾਜ ਸ਼ੁਰੂ ਹੋ ਜਾਏਗਾ। ਗੈਰ ਮੁਨਾਫਾ ਸੰਸਥਾਵਾਂ, ਹਾਊਸਿੰਗ ਕੋਆਪਰੇਟਿਵ ਮਿਊਨਿਸਪੈਲਿਟੀਜ਼, ਫਸਟ ਨੇਸ਼ਨਸ, ਇੰਡੀਜਨਸ ਦੀ ਅਗਵਾਈ ਵਾਲੀਆਂ ਸੁਸਾਇਟੀਜ਼ ਨੂੰ ਹਾਊਸਿੰਗ ਦੀਆਂ ਅਰਜ਼ੀਆਂ ਪੇਸ਼ ਕਰਨ ਦੇ ਲਈ ਫੰਡਿੰਗ ਦੇਣ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕਾਬਲੇ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਰਾਏ ਦੀਆਂ ਵਧੀਆਂ ਹੋਈਆਂ ਕੀਮਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਜਿਸ ਕਾਰਨ ਸਰਕਾਰ ਇਸ ਸਮੱਸਿਆ ਦਾ ਹੱਲ ਕਰਨ ਦੇ ਲਈ ਵੱਧ ਤੋਂ ਵੱਧ ਅਫੋਰਡੇਬਲ ਘਰ ਉਸਾਰਨਾ ਚਾਹੁੰਦੀ ਹੈ ਤਾਂ ਜੋ ਲੋਕਾਂ ਨੂੰ ਸਸਤੇ ਰੇਟ ਤੇ ਕਿਰਾਏ ਦੇ ਘਰ ਮੁਹੱਈਆ ਕਰਵਾਏ ਜਾ ਸਕਣ।
ਇਸ ਤੋਂ ਇਲਾਵਾ ਇੰਟਰਨੈਸ਼ਨਲ ਸਟੂਡੈਂਟਸ ਦਾ ਮੁੱਦਾ ਵੀ ਕੈਨੇਡਾ ਦੇ ਵਿੱਚ ਵੱਡਾ ਮੁੱਦਾ ਬਣਿਆ ਹੋਇਆ ਤੇ ਉਹਨਾਂ ਦੀ ਹਾਊਸਿੰਗ ਦੀ ਸਮੱਸਿਆ ਵੀ ਬਹੁਤ ਵੱਡੀ ਹੈ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਸਪਸ਼ਟ ਰੂਪ ਦੇ ਵਿੱਚ ਕਹਿਣਾ ਹੈ ਕਿ ਵਧੇ ਹੋਏ ਕਿਰਾਏ ਉਹ ਅਫੋਰਡ ਨਹੀਂ ਕਰ ਸਕਦੇ ਤੇ ਇਹਨਾਂ ਵਧੇ ਹੋਏ ਕਿਰਾਇਆਂ ਕਾਰਨ ਉਹਨਾਂ ਦਾ ਬਜਟ ਹਿੱਲ ਰਿਹਾ ਤੇ ਉਹਨਾਂ ਨੂੰ ਵੀ ਹਾਊਸਿੰਗ ਦੀ ਜ਼ਰੂਰਤ ਹੈ, ਜਿਸ ਤਹਿਤ ਵੀ ਹੁਣ ਸਰਕਾਰਾਂ ਦੇ ਵੱਲੋਂ ਸੋਚਿਆ ਜਾ ਰਿਹਾ, ਖਾਸ ਕਰ ਫੈਡਰਲ ਸਰਕਾਰ ਇੰਸਟੀਚਿਊਟਸ ਤੱਕ ਪਹੁੰਚ ਬਣਾਉਣ ਦੀ ਚਰਚਾ ਕਰ ਰਹੀ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਰਿਹਾਇਸ਼ ਦਾ ਪ੍ਰਬੰਧ ਵਿਦਿਅਕ ਅਦਾਰੇ ਕਰਨ ਤਾਂ ਇਹਦੇ ਨਾਲ ਕੈਨੇਡਾ ਦੀ ਹਾਊਸਿੰਗ ਸਮੱਸਿਆ ਦਾ ਹੱਲ ਵੀ ਨਿਕਲ ਸਕਦਾ ਹੈ ਤੇ ਨਾਲੋਂ ਨਾਲ ਸਟੂਡੈਂਟਸ ਨੂੰ ਵੀ ਸਸਤੀ ਤੇ ਕਿਫਾਇਤੀ ਕਿਰਾਏ ਤੇ ਹਾਊਸਿੰਗ ਮਿਲ ਸਕਦੀ ਹੈ। ਬੈਂਕ ਆਫ ਕੈਨੇਡਾ ਦੇ ਵੱਲੋਂ ਵਿਆਜ ਦਰਾਂ ਵਧਾਈਆਂ ਗਈਆਂ ਨੇ, ਜਿਸ ਦਾ ਅਸਰ ਮੈਟਰੋ ਵੈਨਕੂਵਰ ਦੀ ਰੀਅਲ ਸਟੇਟ ਮਾਰਕੀਟ ਉੱਪਰ ਵੀ ਨਜ਼ਰ ਆ ਰਿਹਾ। 2022 ਦੇ ਮੁਕਾਬਲੇ ਘਰਾਂ ਦੀ ਵਿਕਰੀ 2.8% ਤੱਕ ਘਟੀ ਹੈ, ਪਰ ਇਸ ਦੇ ਬਾਵਜੂਦ ਵੀ ਕੀਮਤਾਂ 'ਚ ਗਿਰਾਵਟ ਨਹੀਂ ਦੇਖੀ ਜਾ ਰਹੀ। ਪਿਛਲੇ ਦਿਨੀ ਕੈਨੇਡਾ ਭਰ ਦੇ ਵਿੱਚ ਹਾਊਸਿੰਗ ਇੱਕ ਵੱਡੀ ਸਮੱਸਿਆ ਤੇ ਮੁੱਦਾ ਬਣ ਕੇ ਉੱਭਰੀ ਹੈ, ਜਿਸ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ਼ ਹੈ, ਪਰ ਇਸੇ ਦੌਰਾਨ ਹੀ ਬੈਂਕ ਆਫ ਕੈਨੇਡਾ ਦੇ ਵੱਲੋਂ ਵਧਾਈਆਂ ਵਿਆਜ ਦਰਾਂ ਦਾ ਅਸਰ ਵੀ ਹਾਊਸਿੰਗ ਮਾਰਕੀਟ ਤੇ ਸਪਸ਼ਟ ਰੂਪ ਦੇ ਵਿੱਚ ਨਜ਼ਰ ਆ ਰਿਹਾ। ਮੈਟਰੋ ਵੈਨਕੂਵਰ ਜੋ ਕਿ ਸਭ ਤੋਂ ਜ਼ਿਆਦਾ ਹਾਊਸਿੰਗ ਦੀ ਡਿਮਾਂਡ ਅਤੇ ਸਭ ਤੋਂ ਵੱਧ ਕੀਮਤਾਂ ਵਾਲਾ ਬ੍ਰਿਟਿਸ਼ ਕੋਲੰਬੀਆ ਦਾ ਇਲਾਕਾ ਹੈਗਾ, ਜਿੱਥੇ ਕਿ ਹਾਊਸਿੰਗ ਦੀ ਸਮੱਸਿਆ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ। ਬੈਂਕ ਆਫ ਕੈਨੇਡਾ ਵੱਲੋਂ ਵਧਾਈਆਂ ਗਈਆਂ ਵਿਆਜ ਦਰਾਂ ਦਾ ਦਬਾਅ ਹੁਣ ਮੈਟਰੋ ਵੈਨਕੂਵਰ ਦੀ ਰੀਅਲ ਸਟੇਟ ਮਾਰਕੀਟ ਦੇ ਉੱਪਰ ਵੀ ਨਜ਼ਰ ਆ ਰਿਹਾ ਹੈ। 2022 ਦੇ ਮੁਕਾਬਲੇ ਇਸੇ ਮਹੀਨੇ ਦੇ ਵਿੱਚ ਘਰਾਂ ਦੀ ਵਿਕਰੀ 2.8% ਘਟੀ ਹੈ, ਪਰ ਇਸ ਦੇ ਬਾਵਜੂਦ ਕੀਮਤਾਂ ਵਿੱਚ ਗਿਰਾਵਟ ਉਸ ਹੱਦ ਤੱਕ ਨਜ਼ਰ ਨਹੀਂ ਆ ਰਹੀ। ਮਾਹਿਰਾਂ ਅਨੁਸਾਰ ਅਗਲੇ ਸਾਲ ਇਹ ਵਿਕਰੀ 6.1% ਵਧੇਗੀ ਤੇ ਜਿਸ ਦੇ ਨਾਲ ਘਰਾਂ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋਏਗਾ। ਇਸ ਸਮੇਂ ਮੈਟਰੋ ਵੈਨਕੂਵਰ ਦੇ ਵਿੱਚ ਘਰ ਦੀ ਔਸਤਨ ਕੀਮਤ $12,75,000 ਹੈ, ਜੋ ਕਿ 2024 ਦੇ ਵਿੱਚ 0.2% ਦੇ ਵਾਧੇ ਦੇ ਨਾਲ $12,90,000 ਤੇ ਪਹੁੰਚ ਜਾਏਗੀ। ਸੋ ਕਾਬਲੇ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਮੈਟਰੋ ਵੈਨਕੂਵਰ ਇਲਾਕੇ ਦੇ ਵਿੱਚ ਘਰ ਦੀ ਔਸਤ ਕੀਮਤ $1 ਮਿਲੀਅਨ ਤੋਂ ਪਾਰ ਹੈ, ਜੋ ਕਿ ਮੁਲਕ ਦੀ ਔਸਤ ਕੀਮਤ ਤੋਂ ਲਗਭਗ ਡੂਢੀ ਹੈ। ਇਸ ਕਾਰਨ ਇੱਥੇ ਲੋਕਾਂ ਦੇ ਲਈ ਅਫੋਰਡੇਬਲ ਹਾਊਸਿੰਗ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਬੇਸ਼ੱਕ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ ਬਿਲਡਿੰਗ BC ਪਲਾਨ ਦੇ ਤਹਿਤ ਵੱਧ ਤੋਂ ਵੱਧ ਘਰਾਂ ਦੀ ਉਸਾਰੀ ਦਾ ਵਾਅਦਾ ਕੀਤਾ ਜਾ ਰਿਹਾ ਤਾਂ ਜੋ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ, ਪਰ ਦੂਜੇ ਪਾਸੇ ਡਿਵੈਲਪਰਸ ਦਾ ਸਪਸ਼ਟ ਰੂਪ 'ਚ ਕਹਿਣਾ ਹੈ ਕਿ ਜਦੋਂ ਲਾਟਸ ਦੇ ਰੇਟ ਹੀ ਇੰਨੇ ਜ਼ਿਆਦਾ ਨੇ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਸਸਤੀ ਤੇ ਅਫੋਰਡੇਬਲ ਹਾਊਸਿੰਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਬੈਂਕ ਆਫ ਕੈਨੇਡਾ ਦੇ ਵੱਲੋਂ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ। ਵਿਆਜ ਦਰਾਂ ਦੇ ਵਿੱਚ ਵਾਧਾ ਕਰਨ ਦੇ ਨਾਲ ਅਤੇ ਭਵਿੱਖ ਦੇ ਵਿੱਚ ਹੋਰ ਵਾਧਾ ਹੋਣ ਦੇ ਸੰਕੇਤ ਕਾਰਨ ਫਿਲਹਾਲ ਮੈਟਰੋ ਵੈਨਕੂਵਰ ਦੇ ਵਿੱਚ ਰੀਅਲ ਸਟੇਟ ਮਾਰਕੀਟ 'ਚ ਸੁਸਤੀ ਦਿਖਾਈ ਦੇ ਰਹੀ ਹੈ ਤੇ ਪਿਛਲੇ ਸਾਲਾਂ ਦੇ ਮੁਕਾਬਲੇ ਲਗਭਗ 2.5% ਸੇਲਜ਼ ਘੱਟ ਹੋ ਰਹੀਆਂ ਨੇ। ਪਰ ਬਹੁਤ ਸਾਰੇ ਰੀਅਲਟਰ ਅਤੇ ਇਸ ਕਿੱਤੇ ਦੇ ਨਾਲ ਜੁੜੇ ਹੋਏ ਲੋਕ ਕਹਿੰਦੇ ਨੇ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ, ਇਹ ਹਮੇਸ਼ਾ ਹੀ ਟ੍ਰੈਂਡ ਰਿਹਾ ਹੈ ਕਿ ਜਦੋਂ ਆਰਥਿਕਤਾ ਤੇ ਔਖਾ ਸਮਾਂ ਆਉਂਦਾ ਹੈ ਤਾਂ ਰੀਅਲ ਸਟੇਟ ਮਾਰਕੀਟ ਇੱਕ ਵਾਰ ਸਲੋ ਜ਼ਰੂਰ ਹੁੰਦੀ ਹੈ, ਪਰ ਬਾਅਦ ਦੇ ਵਿੱਚ ਇਸ 'ਚ ਬੂਮ ਆਉਂਦਾ ਹੈ, ਜਿਸ ਦੇ ਨਾਲ ਕੀਮਤਾਂ ਵੀ ਵੱਧਦੀਆਂ ਨੇ ਤੇ ਡਿਮਾਂਡ ਦੇ ਵਿੱਚ ਵੀ ਬਹੁਤ ਤੇਜ਼ੀ ਦੇ ਨਾਲ ਵਾਧਾ ਹੁੰਦਾ ਹੈ। ਉਹਨਾਂ ਦਾ ਮੰਨਣਾ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਕੋਲ ਡਾਊਨ ਪੇਮੈਂਟ ਦੇਣ ਦੀ ਸਮਰੱਥਾ ਤਾਂ ਹੈ, ਪਰ ਬੈਂਕ ਆਫ ਕੈਨੇਡਾ ਦੇ ਜ਼ਿਆਦਾ ਵਿਆਜ ਦਰਾਂ ਕਾਰਨ ਉਹ ਘਰ ਖਰੀਦਣ ਤੋਂ ਮਹਤਾਜ ਨੇ ਤੇ ਜਦੋਂ ਬੈਂਕ ਆਫ ਕੈਨੇਡਾ ਦੇ ਵੱਲੋਂ ਵਿਆਜ ਦਰਾਂ ਘਟਾਈਆਂ ਜਾਣਗੀਆਂ ਤਾਂ ਉਹਨਾਂ ਲੋਕਾਂ ਨੇ ਇੱਕਦਮ ਮਾਰਕੀਟ ਦੇ ਵਿੱਚ ਆਉਣਾ ਹੈ, ਜਿਸ ਦੇ ਨਾਲ ਡਿਮਾਂਡ ਵੀ ਵਧਣੀ ਹੈ ਤੇ ਪ੍ਰਾਈਸ ਵੀ ਉੱਪਰ ਜਾਣੇ ਨੇ। ਪਰ ਬੈਂਕ ਆਫ ਕੈਨੇਡਾ ਸਪਸ਼ਟ ਕਰ ਚੁੱਕੀ ਹੈ ਕਿ ਆਰਥਿਕ ਤੌਰ ਤੇ ਚੁਣੌਤੀਆਂ ਵਾਲੀ ਸਥਿਤੀ 2025 ਤੱਕ ਜਿਉਂ ਦੀ ਤਿਉਂ ਬਣੀ ਰਹੇਗੀ ਤੇ 2025 'ਚ ਇਸ 'ਚ ਸੁਧਾਰ ਆਏਗਾ। ਤੋਂ ਜਾਪ ਰਿਹਾ ਕਿ ਫਿਲਹਾਲ ਬੈਂਕ ਵਿਆਜ ਦਰਾਂ ਫਰੀਜ਼ ਕਰਨ ਜਾਂ ਘਟਾਉਣ ਦੇ ਮੂਡ 'ਚ ਨਹੀਂ ਜਾਪ ਰਹੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਜ਼ ਦੀ ਸਮੱਸਿਆ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਕੋਰੋਨਰਜ਼ ਸਰਵਿਸ ਅਨੁਸਾਰ ਜੁਲਾਈ ਦੇ ਵਿੱਚ ਓਵਰਡੋਜ਼ ਦੇ ਨਾਲ 198 ਮੌਤਾਂ ਹੋਈਆਂ ਨੇ ਤੇ ਲਗਾਤਾਰ 13ਵਾਂ ਮਹੀਨਾ ਜਦੋਂ ਮੌਤਾਂ ਨਹੀਂ ਰੁਕ ਰਹੀਆਂ। ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਲਗਾਤਾਰ ਗਰਮਾਈ ਹੋਈ ਹੈ। ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਸੇਫ ਸਪਲਾਈ ਨੂੰ ਫੇਲ ਕਰਾਰ ਦਿੱਤਾ ਜਾ ਰਿਹਾ, ਪਰ ਦੂਜੇ ਪਾਸੇ ਸੱਤਾ ਧਿਰ ਅਤੇ ਬਹੁਤ ਸਾਰੇ ਮਾਹਰ ਇਹ ਗੱਲਬਾਤ ਮੰਨਦੇ ਨੇ ਕਿ ਸੇਫ ਸਪਲਾਈ ਦੇ ਚਲਦਿਆਂ ਲੋਕਾਂ ਨੂੰ ਡਰੱਗਸ ਚੋਂ ਬਾਹਰ ਕੱਢਣ ਅਤੇ ਨਾਲੋਂ ਨਾਲ ਨਸ਼ਿਆਂ ਦੀ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਜ਼ਰੂਰ ਰੋਕਿਆ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਜ਼ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਕੋਰੋਨਰਜ਼ ਸਰਵਿਸ ਦੇ ਜੁਲਾਈ ਵਿੱਚ ਓਵਰਡੋਜ਼ ਨਾਲ ਸੰਬੰਧਿਤ ਅੰਕੜਿਆਂ 'ਚ 198 ਮੌਤਾਂ ਹੋਈਆਂ ਨੇ। ਲਗਾਤਾਰ 13ਵਾਂ ਮਹੀਨਾ ਜਦੋਂ ਓਵਰਡੋਜ਼ ਦੇ ਨਾਲ 190 ਤੋਂ ਵੱਧ ਮੌਤਾਂ ਹੋਈਆਂ ਹੋਣ। ਇਹਨਾਂ ਸੰਕੇਤਾਂ ਤੋਂ ਲੱਗ ਰਿਹਾ ਕਿ ਨਸ਼ਿਆਂ ਦੀ ਗੰਭੀਰ ਸਮੱਸਿਆ ਦਾ ਹੱਲ ਫਿਲਹਾਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਚੀਫ ਕੋਰੋਨਰ ਲੀਜ਼ਾ ਲੈਪੋਂਟੇ ਨੇ ਦੱਸਿਆ ਕਿ ਸੂਬੇ ਵਿੱਚ ਟੌਕਸਿਕ ਡਰੱਗ ਸਪਲਾਈ ਤੇ ਕੋਈ ਕੰਟਰੋਲ ਨਹੀਂ ਹੈ, ਜਿਸ ਨਾਲ ਹਜ਼ਾਰਾਂ ਜਾਨਾਂ ਜੋਖਮ 'ਚ ਪੈ ਰਹੀਆਂ ਨੇ।
ਉਹਨਾਂ ਆਖਿਆ ਕਿ तमाम ਰਿਕਮੈਂਡੇਸ਼ਨਸ ਦੇ ਬਾਵਜੂਦ ਨਸ਼ਿਆਂ ਦੀ ਦਲਦਲ 'ਚ ਫਸੇ ਬਹੁਤ ਘੱਟ ਲੋਕਾਂ ਦੀ ਸੇਫ ਸਪਲਾਈ ਤੱਕ ਪਹੁੰਚ ਹੈ। ਰਿਪੋਰਟ ਅਨੁਸਾਰ ਜਨਵਰੀ ਅਤੇ ਜੁਲਾਈ ਦੇ ਵਿਚਕਾਰ ਹੁਣ ਤੱਕ 1455 ਮੌਤਾਂ ਹੋ ਚੁੱਕੀਆਂ ਨੇ, ਜਿਸ ਤੋਂ ਇਸ ਸਮੱਸਿਆ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ। ਤੇ 2 ਦਿਨਾਂ ਦੇ ਵਿੱਚ ਇੰਟਰਨੈਸ਼ਨਲ ਓਵਰਡੋਜ਼ ਅਵੇਅਰਨੈਸ ਡੇ ਵੀ BC ਦੇ ਵਿੱਚ ਮਨਾਇਆ ਜਾਣਾ ਤੇ ਇਹ ਅਹਿਮ ਮੌਕਾ ਹੈ ਜਦੋਂ ਦੁਖਦਾਈ ਪਰਿਵਾਰਾਂ ਵੱਲ ਦੇਖਣ, ਆਪਣੇ ਆਸ-ਪਾਸ ਤੇ ਲੋਕਾਂ ਨੂੰ ਪਹਿਚਾਨਣ ਦਾ ਮੌਕਾ ਹੈ ਜੋ ਕਿ ਨਸ਼ਿਆਂ ਦੀ ਦਲਦਲ 'ਚ ਫਸ ਚੁੱਕੇ ਨੇ, ਕਿਉਂਕਿ ਸਮਾਜ ਨੂੰ ਵੀ ਚਾਹੀਦਾ ਹੈ ਕਿ ਉਹ ਡਰੱਗ ਨਾਲ ਹੋ ਰਹੀਆਂ ਮੌਤਾਂ ਨੂੰ ਰੋਕਣ ਦੇ ਲਈ ਆਪਣਾ ਯੋਗਦਾਨ ਜ਼ਰੂਰ ਪਾਵੇ। ਕਾਬਲੇ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਇੱਕ ਵੱਡਾ ਮੁੱਦਾ ਨੇ। BC ਦੇ ਵਿੱਚ ਰੋਜ਼ਾਨਾ 6 ਤੋਂ 7 ਲੋਕਾਂ ਦੀ ਮੌਤ ਡਰੱਗ ਓਵਰਡੋਜ਼ ਦੇ ਨਾਲ ਹੋ ਜਾਂਦੀ ਹੈ। ਇਸ ਨੂੰ ਰੋਕਣ ਦੇ ਲਈ ਫੈਡਰਲ ਸਰਕਾਰ ਦੀ ਸਹਿਮਤੀ ਨਾਲ BC ਸਰਕਾਰ ਦੇ ਵੱਲੋਂ ਡਰੱਗ ਡੀਕ੍ਰਿਮੀਨਲਾਈਜ਼ ਕੀਤਾ ਗਿਆ ਸੀ ਤਾਂ ਕਿ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਨੂੰ ਘਟਾਇਆ ਜਾ ਸਕੇ। ਇਹਦੇ ਤਹਿਤ ਜੇਕਰ ਕਿਸੇ ਨਸ਼ੇ ਦੇ ਆਦੀ ਵਿਅਕਤੀ ਕੋਲ 2.5 ਗ੍ਰਾਮ ਤੱਕ ਕੋਈ ਡਰੱਗ ਬਰਾਮਦ ਹੋ ਜਾਂਦੀ ਹੈ ਤਾਂ ਉਹਨਾਂ ਹਾਲਾਤਾਂ 'ਚ ਉਸ ਦੇ ਵਿਰੁੱਧ ਕੇਸ ਦਰਜ ਕਰਨ ਦੀ ਥਾਂ ਤੇ ਉਸ ਦੀ ਕਾਉਂਸਲਿੰਗ ਕੀਤੀ ਜਾਏਗੀ ਤਾਂ ਜੋ ਉਹ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਆ ਸਕੇ ਤੇ ਓਵਰਡੋਜ਼ ਦੀ ਸਮੱਸਿਆ ਦੇ ਨਾਲ ਕਮ ਸੇ ਕਮ ਬਚ ਸਕੇ। ਪਰ ਇਹਨਾਂ तमाम ਕੋਸ਼ਿਸ਼ਾਂ ਦੇ ਬਾਵਜੂਦ BC ਦੇ ਵਿੱਚ ਡੀਕ੍ਰਿਮੀਨਲਾਈਜ਼ ਕਰਨ ਤੋਂ ਬਾਅਦ ਜੋ ਅੰਕੜੇ ਸਾਹਮਣੇ ਆ ਰਹੇ ਨੇ ਉਸ ਦੇ ਵਿੱਚ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਨਹੀਂ ਘਟ ਰਿਹਾ, ਉਹ ਜਿਉਂ ਦਾ ਤਿਉਂ 200 ਦੇ ਆਸ-ਪਾਸ ਬਣਿਆ ਹੋਇਆ ਹੈ। ਬਹੁਤ ਸਾਰੇ ਮਾਹਰਾਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੈਂਟਾਨਲ ਮੌਤਾਂ ਦਾ ਬਹੁਤ ਵੱਡਾ ਕਾਰਨ ਹੈ। ਡਾਕਟਰੀ ਰਿਪੋਰਟਾਂ ਤੇ ਕੋਰੋਨਰਜ਼ ਰਿਪੋਰਟ ਵੀ ਇਹੀ ਕਹਿੰਦੀ ਹੈ ਕਿ BC ਦੇ ਵਿੱਚ ਫੈਂਟਾਨਲ ਦੇ ਨਾਲ 90% ਤੋਂ ਵੱਧ ਮੌਤਾਂ ਹੁੰਦੀਆਂ ਨੇ ਅਤੇ ਜੋ ਨਸ਼ੇ ਡਰੱਗ ਕਰਨ ਵਾਲਿਆਂ ਨੂੰ ਮੁਹੱਈਆ ਕਰਵਾਏ ਜਾਂਦੇ ਨੇ ਉਸ ਵਿੱਚ ਫੈਂਟਾਨਲ ਦੀ ਮਾਤਰਾ ਵੱਧ ਘੱਟ ਹੋਣ ਦੇ ਨਾਲ ਹੀ ਉਹ ਵਿਅਕਤੀ ਓਵਰਡੋਜ਼ ਹੁੰਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ, ਜਿਸ ਕਾਰਨ ਫੈਂਟਾਨਲ ਦੀ ਆਮਦ ਨੂੰ ਘਟਾਉਣਾ ਤੇ ਸੇਫ ਸਪਲਾਈ ਤੱਕ ਸਾਰੇ ਡਰੱਗ ਪ੍ਰਭਾਵਿਤ ਲੋਕਾਂ ਦੀ ਪਹੁੰਚ ਬਣਾਉਣਾ ਜ਼ਰੂਰੀ ਹੈ। ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਸੇਫ ਸਪਲਾਈ ਯੋਜਨਾ ਨੂੰ ਪੂਰੀ ਤਰ੍ਹਾਂ ਫੇਲ ਕਰਾਰ ਦਿੱਤਾ ਜਾ ਰਿਹਾ ਹੈ। ਉਹ ਇਹ ਮੰਗ ਕਰ ਰਹੇ ਨੇ ਕਿ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਰੀਹੈਬ ਸੈਂਟਰਾਂ ਤੱਕ ਪੁੱਜਦਾ ਕੀਤਾ ਜਾਵੇ। ਸੇਫ ਸਪਲਾਈ ਦੇ ਨਾਲ ਨਸ਼ਿਆਂ ਦੀ ਸਮੱਸਿਆ ਹੱਲ ਨਹੀਂ ਹੋ ਸਕਦੀ। ਸਕੂਲ ਦੇ ਵਿੱਚ ਜੇਕਰ ਬੱਚਾ ਪ੍ਰੋਨੋਜ਼ ਭਾਵ ਆਪਣੇ ਜੈਂਡਰ ਚੇਂਜ ਕਰਨਾ ਚਾਹੁੰਦਾ ਹੈ ਤਾਂ ਇਸ ਸੰਬੰਧੀ ਮਾਪਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜਾਂ ਨਹੀਂ। ਇਸ ਮਾਮਲੇ ਨੂੰ ਲੈ ਕੇ ਕੈਨੇਡਾ 'ਚ ਬਹਿਸ ਸ਼ੁਰੂ ਹੋ ਗਈ ਹੈ। ਬਹੁਤ ਸਾਰੇ ਸਰਵੇ ਵੀ ਸਾਹਮਣੇ ਆਏ ਨੇ। ਇਹ ਮਾਮਲਾ ਨਿਊ ਬ੍ਰੰਸਬਿਕ ਸਰਕਾਰ ਦੇ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਸ਼ੁਰੂ ਹੋਇਆ ਤੇ ਇਸ ਦੇ ਬਾਅਦ ਸਸਕੈਚੁਅਨ ਦੀ ਪ੍ਰੀਮੀਅਰ ਵੱਲੋਂ ਵੀ ਇਸ ਨੂੰ ਇੱਕ ਚੋਣ ਵਾਅਦੇ ਦੇ ਤੌਰ ਤੇ ਪੇਸ਼ ਕੀਤਾ ਗਿਆ ਕਿ ਜੇਕਰ ਕੰਜ਼ਰਵੇਟਿਵ ਪਾਰਟੀ ਦੁਬਾਰਾ ਜਿੱਤਦੀ ਹੈ ਤਾਂ ਉਹ ਵੀ ਇਸ ਢੰਗ ਦਾ ਕਾਨੂੰਨ ਲੈ ਕੇ ਆਉਣਗੇ ਕਿ ਮਾਪਿਆਂ ਦੀ ਸਹਿਮਤੀ ਇਸ ਮਾਮਲੇ ਦੇ ਵਿੱਚ ਹੋਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਲੀਡਰ ਪੀਅਰੇ ਪੋਲੀਅਬ ਨੇ ਵੀ ਆਖਿਆ ਕਿ LGBTQ ਸੰਬੰਧੀ ਫੈਸਲਾ ਮਾਪਿਆਂ ਤੇ ਬੱਚਿਆਂ ਤੇ ਛੱਡ ਦੇਣਾ ਚਾਹੀਦਾ, ਸਕੂਲਾਂ ਨੂੰ ਸਿਰਫ ਪੜ੍ਹਾਈ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ। ਜੇਕਰ ਸਕੂਲ ਦੇ ਵਿੱਚ ਬੱਚਾ ਪ੍ਰੋਨੋਜ਼ ਭਾਵ ਆਪਣਾ ਜੈਂਡਰ ਚੇਂਜ ਕਰਨਾ ਚਾਹੁੰਦਾ ਹੈ ਤਾਂ ਇਸ ਸੰਬੰਧੀ ਮਾਪਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜਾਂ ਨਹੀਂ। ਇਸ ਮਾਮਲੇ 'ਚ ਕੈਨੇਡਾ 'ਚ ਬਹਿਸ ਸ਼ੁਰੂ ਹੋ ਗਈ ਹੈ। ਐਂਗਸ ਐਂਡ ਰੀਡ ਵੱਲੋਂ ਲਗਭਗ 3016 ਲੋਕਾਂ 'ਤੇ ਸਰਵੇਖਣ ਕੀਤਾ ਗਿਆ ਜਿਸ ਵਿੱਚ 78% ਕੈਨੇਡੀਅਨਸ ਨੇ ਮੰਨਿਆ ਕਿ ਮਾਪਿਆਂ ਨੂੰ ਇਸ ਸੰਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ, ਜਦਕਿ ਇਸ ਵਿੱਚੋਂ 43% ਦਾ ਮੰਨਣਾ ਹੈ ਕਿ ਮਾਪਿਆਂ ਦੀ ਸਹਿਮਤੀ ਵੀ ਇਸ ਲਈ ਜ਼ਰੂਰੀ ਹੋਵੇ, ਜਦਕਿ 35% ਇਹ ਮੰਨਦੇ ਨੇ ਕਿ ਸਿਰਫ ਜਾਣਕਾਰੀ ਕਾਫੀ ਹੈ ਤੇ 18% ਦਾ ਮੰਨਣਾ ਹੈ ਕਿ ਮਾਪਿਆਂ ਨੂੰ ਇਸ ਬਾਰੇ ਕੁਝ ਵੀ ਜਾਣਕਾਰੀ ਸਕੂਲਸ ਨੂੰ ਮੁਹੱਈਆ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਦਰਅਸਲ ਇਹ ਮਾਮਲਾ ਉਸ ਸਮੇਂ ਚਰਚਾ ਦੇ ਵਿੱਚ ਆਇਆ ਜਦੋਂ ਨਿਊ ਬ੍ਰੰਸਬਿਕ ਸਰਕਾਰ ਦੇ ਵੱਲੋਂ ਕਾਨੂੰਨ ਪਾਸ ਕਰਕੇ ਪ੍ਰੋਨਾਉਂਸ ਸੰਬੰਧੀ ਕਾਨੂੰਨ 'ਚ ਤਬਦੀਲੀ ਕੀਤੀ ਗਈ। ਸਸਕੈਚੁਅਨ ਦੇ ਕੰਜ਼ਰਵੇਟਿਵ ਪ੍ਰੀਮੀਅਰ ਵੱਲੋਂ ਵੀ ਇਸ ਮਾਮਲੇ 'ਚ ਮੁੜ ਚੁਣੇ ਜਾਣ ਉੱਤੇ ਕਾਨੂੰਨ ਬਣਾਉਣ ਦੀ ਸਹਿਮਤੀ ਦਿੱਤੀ ਗਈ ਹੈ, ਜਿਸ ਵਿੱਚ ਉਹਨਾਂ ਆਖਿਆ ਕਿ 16 ਸਾਲ ਦੀ ਉਮਰ ਤੱਕ ਦੇ ਬੱਚੇ ਜੇਕਰ ਸਕੂਲ ਦੇ ਵਿੱਚ ਆਪਣੀ ਜੈਂਡਰ ਪਹਿਚਾਣ ਬਦਲਣਾ ਚਾਹੁੰਦੇ ਨੇ ਤੇ ਇਸ ਬਾਰੇ ਮਾਪਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਸ ਮਾਮਲੇ 'ਚ ਆਖਿਆ ਗਿਆ ਸੀ ਕਿ ਅਮਰੀਕਾ ਦੇ ਰਾਈਟ ਵਿੰਗ ਅਤੇ ਉਸ ਸੋਚ ਦੇ ਧਾਰਨੀ ਮੀਡੀਆ ਇਸ ਮਾਮਲੇ 'ਚ ਜਾਣਬੁੱਝ ਕੇ ਇਹਨੂੰ ਮੁੱਦਾ ਬਣਾ ਰਹੇ ਨੇ, ਜਦਕਿ ਕੈਨੇਡੀਅਨਸ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਉੱਥੇ ਬੱਚਿਆਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ ਕਿ ਤੁਸੀਂ ਆਪਣਾ ਪ੍ਰੋਨਾਉਂਸ ਬਦਲੋ। ਵਿਰੋਧੀ ਧਿਰ ਦੇ ਲੀਡਰ ਪੀਅਰੇ ਪੋਲੀਅਬ ਨੇ ਆਖਿਆ ਕਿ ਸਕੂਲਾਂ ਨੂੰ ਸਿਰਫ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ। LGBTQ ਸੰਬੰਧੀ ਫੈਸਲਾ ਮਾਪਿਆਂ ਅਤੇ ਬੱਚਿਆਂ ਦੇ ਦਰਮਿਆਨ ਛੱਡ ਦੇਣਾ ਚਾਹੀਦਾ, ਇਹੀ ਬਿਹਤਰ ਹੈ। ਕਾਬਲੇ ਗੌਰ ਹੈ ਕਿ ਕੰਜ਼ਰਵੇਟਿਵ ਲੀਡਰਾਂ ਦੇ ਵੱਲੋਂ ਇਸ ਮਾਮਲੇ ਤੇ ਵੰਡੇ ਹੋਏ ਵਿਚਾਰ ਤੇ ਸਟੈਂਡ ਦਿੱਤੇ ਜਾ ਰਹੇ ਨੇ, ਪਰ ਇਸ ਮਾਮਲੇ 'ਚ ਪਾਰਟੀ ਦਾ ਸਟੈਂਡ ਕੀ ਹੈ ਇਹ ਸਾਲਾਨਾ ਕਨਵੈਨਸ਼ਨ 'ਚ ਪਤਾ ਲੱਗੇਗਾ।
ਜਿੱਥੇ ਇਸ ਸੰਬੰਧੀ ਇੱਕ ਮੋਸ਼ਨ ਵੀ ਜ਼ਰੂਰ ਆਉਣ ਜਾ ਰਿਹਾ ਹੈ। ਕਾਬਲੇ ਗੌਰ ਹੈ ਕਿ ਕੈਨੇਡਾ ਦੇ ਸਕੂਲੀ ਕਰਿਕੂਲਮ ਅਤੇ ਇਸ ਢੰਗ ਦੇ ਨਾਲ ਆਪਣੀ ਪਹਿਚਾਣ ਬਦਲਣ ਦੇ ਮਾਮਲਿਆਂ ਨੂੰ ਲੈ ਕੇ ਕੈਨੇਡੀਅਨਜ਼ ਮਾਪੇ ਵੀ ਵੰਡੇ ਹੋਏ ਨੇ ਤੇ ਉਹਨਾਂ ਤੋਂ ਵੱਲੋਂ ਸਮੇਂ-ਸਮੇਂ ਤੇ ਸਕੂਲ ਬੋਰਡਸ ਅਤੇ ਸਰਕਾਰ ਤੱਕ ਇਸ ਢੰਗ ਦੀ ਪਹੁੰਚ ਅਪਣਾਈ ਜਾਂਦੀ ਹੈ ਤੇ ਕਈ ਥਾਵਾਂ ਦੇ ਉੱਪਰ ਤਕਰਾਰ ਤੇ ਵਿਵਾਦ ਵੀ ਇਸ ਮਾਮਲੇ ਨੂੰ ਲੈ ਕੇ ਨਜ਼ਰ ਆਇਆ ਹੈ। ਸੋ ਹੁਣ ਇੱਕ ਵਾਰ ਫਿਰ ਤੋਂ ਇਹ ਮਾਮਲਾ ਸਿਆਸੀ ਤੌਰ ਤੇ ਵੀ ਤੋਲ ਫੜਦਾ ਜਾ ਰਿਹਾ ਹੈ, ਪਰ ਜ਼ਿਆਦਾਤਰ ਕੰਜ਼ਰਵੇਟਿਵ ਸੋਚ ਦੇ ਧਾਰਨੀ ਐਜੂਕੇਸ਼ਨ ਮਿਨਿਸਟਰਸ ਇਸ ਮਾਮਲੇ ਦੇ ਉੱਪਰ ਇਹੀ ਵਿਚਾਰ ਪ੍ਰਗਟਾ ਰਹੇ ਨੇ ਕਿ ਇਸ ਸੰਬੰਧੀ ਫੈਸਲਾ ਮਾਪਿਆਂ ਦੇ ਹੱਥ ਦੇ ਵਿੱਚ ਹੋਣਾ ਚਾਹੀਦਾ, ਕਿਉਂਕਿ ਜੇਕਰ ਬੱਚਾ ਇੱਕ ਵਾਰ ਆਪਣੀ ਪਹਿਚਾਣ ਬਦਲ ਲੈਂਦਾ ਤਾਂ ਉਸ ਨੂੰ ਰਿਵਰਸ ਕਰਨਾ ਦੁਬਾਰਾ ਸੌਖਾ ਨਹੀਂ ਹੈ, ਕਿਉਂਕਿ ਇਹ ਫੈਸਲਾ ਜ਼ਿੰਦਗੀ 'ਚ ਸਿਰਫ ਇੱਕੋ ਵਾਰ ਹੀ ਲਿਆ ਜਾ ਸਕਦਾ ਹੈ ਤੇ ਬੱਚਿਆਂ ਦੇ ਮੈਚੁਰ ਹੋਣ ਤੱਕ ਇਹ ਫੈਸਲਾ ਮਾਪਿਆਂ ਦੇ ਹੱਥ 'ਚ ਹੋਣਾ ਚਾਹੀਦਾ ਹੈ। ਪਰ ਦੂਜੇ ਪਾਸੇ ਇਸ ਦੀ ਹਮਾਇਤ ਵਿੱਚ ਖੜੇ ਲੋਕ ਸਪਸ਼ਟ ਰੂਪ ਦੇ ਵਿੱਚ ਕਹਿ ਰਹੇ ਨੇ ਕਿ ਇਸ ਢੰਗ ਦੇ ਨਾਲ ਬੱਚਿਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਹੋਏਗੀ, ਜਦਕਿ ਉਹਨਾਂ ਨੂੰ ਹੀ ਇਸ ਸੰਬੰਧੀ ਫੈਸਲਾ ਲੈਣ ਦਾ ਅਧਿਕਾਰ ਹੋਣਾ ਚਾਹੀਦਾ। ਇਸ ਮਾਮਲੇ ਦੇ ਵਿੱਚ ਮਾਪਿਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇ, ਪਰ ਕੁਝ ਦਾ ਕਹਿਣਾ ਹੈ ਕਿ ਜਾਣਕਾਰੀ ਮੁਹੱਈਆ ਵੀ ਨਹੀਂ ਕਰਵਾਉਣੀ ਚਾਹੀਦੀ। ਜੇਕਰ ਤੁਹਾਡੇ ਬੱਚੇ ਇਕੱਲੇ ਸਕੂਲ ਜਾਂਦੇ ਨੇ ਤਾਂ ਯਕੀਨੀ ਬਣਾਓ ਕਿ ਉਹ ਸਮੇਂ ਤੋਂ ਪਹਿਲਾਂ ਆਪਣੇ ਰਸਤੇ ਤੋਂ ਜਾਣੂ ਹੋਣ। ICBC ਉਹਨਾਂ ਨੂੰ ਵੀ ਉਤਸ਼ਾਹਿਤ ਕਰਦਾ ਹੈ ਜੋ ਕਿ ਆਪਣੇ ਬੱਚਿਆਂ ਨੂੰ ਸਕੂਲ ਜ਼ੋਨ ਵਿੱਚ ਛੱਡਦੇ ਨੇ ਤੇ ਨਾਲੋਂ ਨਾਲ ਬੱਚਿਆਂ ਨੂੰ ਸੜਕੀ ਸੁਰੱਖਿਆ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤੇ ਜਦੋਂ ਬੱਚੇ ਸੜਕ ਕ੍ਰਾਸ ਕਰਕੇ ਸੇਫ ਜਗ੍ਹਾ ਤੇ ਹੋਣ ਉਸ ਤੋਂ ਬਾਅਦ ਹੀ ਉਹਨਾਂ ਨੂੰ ਛੱਡਿਆ ਜਾਵੇ। ਖੇਡ ਦੇ ਮੈਦਾਨ ਵਾਲੇ ਖੇਤਰਾਂ ਦੇ ਵਿੱਚ ਵੀ ਸਪੀਡ ਲਿਮਟ ਸਵੇਰ ਤੋਂ ਸ਼ਾਮ ਤੱਕ ਪ੍ਰਭਾਵੀ ਰਹਿੰਦੀ ਹੈ। ਦੂਜੇ ਪਾਸੇ ICBC ਵੱਲੋਂ तमाम ਡਰਾਈਵਰਸ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਬੈਕ ਟੂ ਸਕੂਲ ਤੋਂ ਬਾਅਦ ਸਕੂਲ ਖੇਤਰਾਂ ਦੇ ਵਿੱਚ ਵੀ ਸਪੀਡ ਲਿਮਟ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਤਾਂ ਜੋ ਕੋਈ ਅਨਸਖਾਮੀ ਘਟਨਾ ਨਾ ਵਾਪਰੇ। ਫੋਰਡ ਸਰਕਾਰ ਗ੍ਰੀਨ ਬੈਲਟ ਪ੍ਰੋਜੈਕਟ ਨੂੰ ਲੈ ਕੇ ਪਿਛਲੇ ਦਿਨੀ ਵਿਵਾਦਾਂ ਦੇ ਵਿੱਚ ਘਿਰੀ ਹੋਈ ਹੈ। ਹੁਣ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਇਹ ਇਸ਼ਾਰਾ ਕੀਤਾ ਗਿਆ ਹੈ ਕਿ ਜਿਨ੍ਹਾਂ ਪ੍ਰਾਪਰਟੀ ਮਾਲਕਾਂ ਨੂੰ ਜ਼ਮੀਨ ਦੇ 2 ਟੁਕੜੇ ਗ੍ਰੀਨ ਬੈਲਟ ਦੇ ਵਿੱਚ ਅਲਾਟ ਕੀਤੇ ਗਏ ਸਨ, ਜਿਨ੍ਹਾਂ ਨੂੰ ਲੈ ਕੇ ਵਿਵਾਦ ਖੜਾ ਹੋਇਆ, ਉਹ ਵਾਪਸ ਗ੍ਰੀਨ ਬੈਲਟ ਦੇ ਵਿੱਚ ਮਰਜ ਕੀਤੀ ਜਾਏਗੀ ਅਤੇ ਇਸ ਬੋਲੀ ਨੂੰ ਰੱਦ ਕੀਤਾ ਜਾਏਗਾ। ਇਸ ਦੇ ਇਵਜ਼ ਦੇ ਵਿੱਚ ਹੋਰ ਜਗ੍ਹਾ ਤੇ ਸਰਕਾਰ ਵੱਲੋਂ ਘਰ ਬਣਾਏ ਜਾਣਗੇ। ਪ੍ਰੀਮੀਅਰ ਫੋਰਡ ਨੇ ਸਪਸ਼ਟ ਰੂਪ ਦੇ ਵਿੱਚ ਆਖਿਆ ਕਿ ਸਰਕਾਰ ਦੀ ਮਨਸ਼ਾ ਵੱਧ ਤੋਂ ਵੱਧ ਘਰਾਂ ਦੀ ਉਸਾਰੀ ਕਰਨਾ ਸੀ ਅਤੇ ਉਸ ਮਾਮਲੇ ਵੱਲ ਸਰਕਾਰ ਲਗਾਤਾਰ ਕਦਮ ਵਧਾ ਰਹੀ ਹੈ। ਫੋਰਡ ਸਰਕਾਰ ਦਾ ਕਹਿਣਾ ਹੈ ਕਿ ਪ੍ਰਾਪਰਟੀ ਦੇ ਮਾਲਕਾਂ ਵੱਲੋਂ ਜ਼ਮੀਨ ਨੂੰ ਵਿਕਰੀ ਉੱਤੇ ਲਾਉਣ ਤੋਂ ਬਾਅਦ ਜ਼ਮੀਨ ਦੇ 2 ਟੁਕੜੇ ਗ੍ਰੀਨ ਬੈਲਟ ਨੂੰ ਮੋੜ ਦਿੱਤੇ ਜਾਣਗੇ। ਮੋੜੀ ਜਾਣ ਵਾਲੀ ਥਾਂ ਉੱਤੇ ਜ਼ਮੀਨ ਐਜੈਕਸ ਵਿੱਚ ਵਿਚਲੀ ਸੰਪत्ति ਤੇ ਨਵੇਂ ਘਰ ਉਸਾਰੇ ਜਾਣਗੇ। ਪ੍ਰੀਮੀਅਰ ਡਗ ਫੋਰਡ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਕਿੰਗਸਟਨ ਰੋਡ ਈਸਟ ਉੱਪਰ 2 ਸਾਈਟਸ 765 ਅਤੇ 775 ਬਿਨਾਂ ਕਿਸੇ ਵੇਰਵੇ ਦੇ ਵਿਕਰੀ ਲਈ ਲਾਈਆਂ ਗਈਆਂ ਸਨ ਤੇ ਸਰਕਾਰ ਵੱਲੋਂ ਇਸ ਜ਼ਮੀਨ ਨੂੰ ਗ੍ਰੀਨ ਬੈਲਟ ਵਿੱਚ ਪਰਤਾਉਣ ਦੀ ਕਾਰਵਾਈ ਫੌਰੀ ਤੌਰ ਤੇ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰੀਮੀਅਰ ਫੋਰਡ ਨੇ ਆਪਣੇ ਬਿਆਨ ਵਿੱਚ ਇਹ ਵੀ ਆਖਿਆ ਸੀ ਕਿ ਕਿਸੇ ਵੀ ਸਮੇਂ ਸਰਕਾਰ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ ਕਿ ਇਸ ਤਰ੍ਹਾਂ ਦੀ ਜ਼ਮੀਨ ਆਪਣੇ ਕਿਸੇ ਪਹਿਚਾਣ ਵਾਲਿਆਂ ਨੂੰ ਵੇਚੀ ਜਾਵੇ। ਇਸ ਤਰ੍ਹਾਂ ਦਾ ਵਿਵਹਾਰ ਸਰਕਾਰ ਦੇ ਨੇਕ ਇਰਾਦੇ ਦੇ ਖਿਲਾਫ ਜਾਂਦਾ, ਜਦਕਿ ਸਾਡੀ ਸਰਕਾਰ ਵੱਧ ਤੋਂ ਵੱਧ ਲੋਕਾਂ ਨੂੰ ਉਹਨਾਂ ਦੇ ਆਪਣੇ ਘਰ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਪ੍ਰੀਮੀਅਰ ਫੋਰਡ ਨੇ ਆਖਿਆ ਕਿ ਹੋਰਨਾਂ ਪ੍ਰਾਪਰਟੀ ਮਾਲਕਾਂ ਨੂੰ ਵੀ ਨੋਟਿਸ ਦਿੱਤਾ ਜਾਵੇਗਾ ਤੇ ਜੇਕਰ ਉਹ ਸਰਕਾਰੀ ਸ਼ਰਤਾਂ ਪੂਰੀਆਂ ਨਾ ਕਰਦੇ ਹੋਏ ਤਾਂ ਉਹਨਾਂ ਦੀ ਜ਼ਮੀਨ ਵੀ ਵਾਪਸ ਕੀਤੀ ਜਾਏਗੀ। ਨਾਲੋਂ ਨਾਲ ਪ੍ਰੀਮੀਅਰ ਨੇ ਆਖਿਆ ਕਿ ਉਹ ਚਾਹੁੰਦੇ ਨੇ ਕਿ ਸਭ ਕੁਝ ਠੀਕ ਠਾਕ ਚੱਲੇ ਅਤੇ 2025 ਤੱਕ ਘਰਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਏ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਆਡੀਟਰ ਜਨਰਲ ਨੇ ਆਪਣੀ ਰਿਪੋਰਟ 'ਚ ਆਖਿਆ ਸੀ ਕਿ ਫੋਰਡ ਸਰਕਾਰ ਵੱਲੋਂ ਕੁਝ ਲੈਂਡ ਡਿਵੈਲਪਰਸ ਨੂੰ ਰਿਆਇਤਾਂ ਦਿੱਤੀਆਂ ਗਈਆਂ ਨੇ, ਪਰ ਪਿਛਲੇ ਹਫ਼ਤੇ ਪ੍ਰੀਮੀਅਰ ਫੋਰਡ ਨੇ ਸਪਸ਼ਟ ਕੀਤਾ ਸੀ ਕਿ ਇਸ ਮਾਮਲੇ ਦੇ ਵਿੱਚ ਉਹ ਪ੍ਰੋਜੈਕਟ ਕੈਂਸਲ ਨਹੀਂ ਕਰਨਗੇ ਅਤੇ ਹਾਊਸਿੰਗ ਮਿਨਿਸਟਰ ਦੇ ਚੀਫ ਆਫ ਸਟਾਫ ਦਾ ਨਾਮ ਇਸ ਮਾਮਲੇ 'ਚ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਿਹਾ। ਵਿਰੋਧੀ ਧਿਰਾਂ ਦੇ ਵੱਲੋਂ ਇਹ ਗੱਲਬਾਤ ਵੀ ਆਖੀ ਗਈ ਤੇ ਆਡੀਟਰ ਜਨਰਲ ਦੀ ਰਿਪੋਰਟ 'ਚ ਵੀ ਇਸ਼ਾਰਾ ਕੀਤਾ ਗਿਆ ਕਿ ਕੁਝ ਡਿਵੈਲਪਰਸ ਨੂੰ ਨਿੱਜੀ ਤੌਰ ਤੇ ਮਿਲ ਕੇ ਉਹਨਾਂ ਨੇ ਲਿਫਾਫੇ ਲਏ ਨੇ ਤੇ ਇਸ ਦੇ ਬਾਅਦ ਇਹ ਪ੍ਰੋਜੈਕਟ ਉਹਨਾਂ ਨੂੰ ਸਪੁਰਦ ਕਰ ਦਿੱਤਾ ਗਿਆ। ਚੀਫ ਆਫ ਸਟਾਫ ਦੇ ਅਸਤੀਫੇ ਤੋਂ ਬਾਅਦ ਹੁਣ ਇਸ ਮਾਮਲੇ 'ਚ ਫੋਰਡ ਸਰਕਾਰ ਵੀ ਕੁਝ ਨਰਮ ਪੈਂਦੀ ਦਿਖਾਈ ਦੇ ਰਹੀ ਹੈ, ਕਿਉਂਕਿ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਹਾਊਸਿੰਗ ਮਿਨਿਸਟਰ ਦਾ ਅਸਤੀਫਾ ਮੰਗਿਆ ਜਾ ਰਿਹਾ ਤੇ ਇਸ ਮਾਮਲੇ ਨੂੰ ਭ੍ਰਿਸ਼ਟਾਚਾਰ ਦਾ ਮੁੱਦਾ ਬਣਾਇਆ ਜਾ ਰਿਹਾ ਹੈ। ਪਰ ਪ੍ਰੀਮੀਅਰ ਫੋਰਡ ਸਪਸ਼ਟ ਕਰ ਰਹੇ ਨੇ ਕਿ ਘਰਾਂ ਦੀ ਉਸਾਰੀ ਦੇ ਲਈ ਉਹਨਾਂ ਦੀ ਸਰਕਾਰ ਗੰਭੀਰ ਹੈ ਅਤੇ ਓਨਟਾਰੀਓ ਨੂੰ ਆਪਣਾ ਘਰ ਬਣਾਉਣ ਵਾਲੇ ਲੋਕਾਂ ਨੂੰ ਘਰਾਂ ਦੀ ਜ਼ਰੂਰਤ ਹੈ ਤੇ ਉਸ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਨਾ ਰੋਕੇ ਜਾਣ। ਪਰ ਇਹਦੇ ਵਿੱਚ ਤਬਦੀਲੀਆਂ ਹੁਣ ਜ਼ਰੂਰ ਹੋਣ ਜਾ ਰਹੀਆਂ ਨੇ ਤੇ ਇਸ ਮਾਮਲੇ ਦੀ ਇਨਵੈਸਟੀਗੇਸ਼ਨ RCMP ਵੱਲੋਂ ਕੀਤੀ ਜਾਏਗੀ ਜਾਂ ਨਹੀਂ, ਇਸ ਬਾਰੇ ਵੀ ਚਰਚਾ ਚੱਲ ਰਹੀ ਹੈ, ਕਿਉਂਕਿ ਓਨਟਾਰੀਓ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਇਨਵੈਸਟੀਗੇਸ਼ਨ RCMP ਨੂੰ ਸੌਂਪੀ ਗਈ ਸੀ ਤੇ ਇਹਦੇ ਬਾਅਦ RCMP ਵੱਲੋਂ ਵੀ ਇਸ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਹੁਣ ਦੇਖਦੇ ਹਾਂ ਐਡਮਿੰਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਇਹ ਖਬਰ ਕੈਲਗਰੀ ਸ਼ਹਿਰ ਤੋਂ ਆ ਜੀ। ਉੱਥੇ ਇੱਕ ਸਾਬਕਾ ਟੀਚਰ ਆ ਜਿਹਨੂੰ ਦੋਸ਼ੀ ਪਾਇਆ ਗਿਆ। ਉਹਨੇ ਕੁਝ ਔਰਤਾਂ ਦਾ ਬਲਾਤਕਾਰ ਕੀਤਾ ਤੇ ਬਾਅਦ ਦੇ ਵਿੱਚ ਕਈਆਂ ਨੂੰ ਰੌਬ ਵੀ ਕੀਤਾ ਤੇ ਉਹਨੂੰ ਜਿਹੜੀ ਆ ਸਜ਼ਾ 13 ਸਾਲਾਂ ਦੀ ਸੁਣਾਈ ਗਈ ਆ। ਫਰਵਰੀ ਦੇ ਵਿੱਚ ਐਂਡਰਿਊ ਸੋਰੈਨਸਨ ਜਿਹਦੀ ਉਮਰ 37 ਸਾਲ ਆ, ਉਹਨੇ ਗਿਲਟੀ ਪਲੀ ਕੀਤਾ ਸੀਗਾ ਕਿ ਉਹਨੇ 9 ਔਰਤਾਂ ਜਿਹੜੀਆਂ ਆ ਉਹਨਾਂ ਨੂੰ ਉਹਨੇ ਆਪਣਾ ਵਿਕਟਮ ਬਣਾਇਆ। ਔਰ ਫਰਵਰੀ ਦੇ ਵਿੱਚ ਜਦੋਂ ਇਹਨੇ ਆਪਣੇ ਉਹ 5 ਕਾਊਂਟਸ ਆਫ ਸੈਕਸ਼ੂਅਲ ਅਸਾਲਟ ਤੇ ਨਾਲ ਇਮੀਟੇਸ਼ਨ ਫਾਇਰ ਆਰਮ, ਜਾਣੀ ਕਿ ਸਿਰਫ ਦਿਖਦੇ ਹੀ ਸੀਗੇ ਵੀ ਉਹ ਫਾਇਰ ਆਰਮ ਆ ਪਰ ਐਕਚੁਅਲੀ ਨਹੀਂ ਸੀ, ਤੇ 5 ਕਾਊਂਟ ਹੈਗੇ ਆ ਰੋਬਰੀ ਦੇ, ਉਹ ਵੀ ਇਮੀਟੇਸ਼ਨ ਫਾਇਰ ਆਰਮ ਦੇ ਨਾਲ। ਇੱਕ ਜਿਹੜੀ ਉਹਦੀ ਵਿਕਟਮ ਹੈ ਜੀ, ਉਹਨੇ ਡਿਸਕਰਾਈਬ ਕੀਤਾ ਜਿਹੜਾ ਉਹਨੂੰ ਇਹ ਟਰਾਮਾ ਹੋਇਆ ਇਸ ਗੱਲਬਾਤ ਦੇ ਨਾਲ। ਉਹ ਕਹਿੰਦੀ ਵੀ ਇਹ ਅਜਿਹਾ ਜ਼ਖਮ ਆ ਕਿ ਮੈਂ ਜ਼ਿੰਦਗੀ ਭਰ ਵੀ ਇਹਨੂੰ ਆਪਣੇ ਮਨ ਦੇ ਉੱਤੋਂ ਢਾਹ ਨਹੀਂ ਸਕਾਂਗੀ। ਇਹ ਉਹਨੇ ਆਪਣੀ ਵਿਕਟਮ ਇੰਪੈਕਟ ਸਟੇਟਮੈਂਟ ਦੇ ਵਿੱਚ ਗੱਲ ਕਹੀ ਆ। ਤੇ ਵੈਸੇ ਪਬਲੀਕੇਸ਼ਨ ਬੈਨ ਲੱਗਾ ਹੋਇਆ ਜੀ, ਜਿਹਦਾ ਕਰਕੇ ਮਤਲਬ ਵਿਕਟਮਸ ਦੀ ਆਈਡੈਂਟੀਟੀ ਨੂੰ ਬਚਾਉਣ ਲਈ ਇਹ ਪਬਲੀਕੇਸ਼ਨ ਬੈਨ ਲੱਗਾ ਹੋਇਆ। ਪ੍ਰੋਸੀਕਿਊਟਰ ਜਿਹੜੀ ਹੈ ਸਰਕਾਰੀ ਵਕੀਲ ਡੋਨਾ ਸਪੇਨਰ, ਉਹਨੇ ਜਸਟਿਸ ਗ੍ਰੈਗ ਸਟਰਲਿੰਗ ਹੋਰਾਂ ਨੂੰ ਕਿਹਾ ਸੀ ਕਿ 14 ਸਾਲ ਦੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇ, ਜਦੋਂ ਕਿ ਬਚਾਅ ਦੇ ਵਕੀਲ ਮੈਟ ਡਸ਼ੇ ਹੋਰਾਂ ਕਿਹਾ ਕਿ ਉਹਨਾਂ ਨੂੰ 10 ਸਾਲ ਦੀ ਜਿਹੜੀ ਕੈਦ ਆ ਉਹਦੀ ਸਜ਼ਾ ਦਿੱਤੀ ਜਾਏ। ਪਰ ਜਸਟਿਸ ਸਟਰਲਿੰਗ ਹੋਰਾਂ ਨੇ ਫੋਰੈਂਸਿਕ ਸਾਈਕੈਟਰਿਸਟ ਦੀ ਗੱਲਬਾਤ ਦੇਖੀ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸੋਰੈਨਸਨ ਹੈਗਾ, ਇਹ ਮਤਲਬ ਇਹਦਾ ਵਿਕਟਮਸ ਪ੍ਰਤੀ ਕੋਈ ਵੀ ਸਹਾਨੁਭੂਤੀ ਨਹੀਂ ਹੈ ਇਹਦੀ, ਇਸ ਕਰਕੇ ਭਈ ਇਹ ਬੰਦੇ ਨੂੰ ਮਤਲਬ ਇਹਦਾ ਹਾਈ ਰਿਸਕ ਆ, ਈਵਨ ਇਹਨੂੰ ਜਿਹੜਾ ਸੈਕਸ਼ੂਅਲ ਰੈਸੀਡਿਵਜ਼ਮ ਲਈ ਵੀ, ਔਰ ਇਸ ਕਰਕੇ ਉਹਨਾਂ ਨੇ ਉਹਨੂੰ 13 ਸਾਲ ਦੀ ਜਿਹੜੀ ਸਜ਼ਾ ਜੀ ਸੁਣਾ ਦਿੱਤੀ ਆ। ਇਹ 9 ਔਰਤਾਂ ਜਿਹੜੀਆਂ ਇਹਨੇ ਆਪਣੀਆਂ ਵਿਕਟਮ ਬਣਾਈਆਂ, ਇਹ ਕੋਈ 8 ਹਫ਼ਤੇ ਗੱਲ ਚੱਲੀ 2022 ਦੇ ਵਿੱਚ। ਸੋਰੈਨਸਨ ਨੇ ਉਹਨਾਂ ਨੂੰ ਲੁੱਟਿਆ ਵੀ ਤੇ ਕਾਮਕ ਤੌਰ 'ਤੇ ਵੀ ਉਹਨਾਂ 'ਤੇ ਹਮਲੇ ਕੀਤੇ 8 ਲੋਕੇਸ਼ਨਸ ਦੇ ਉੱਤੇ। ਇਹਨਾਂ ਵਿੱਚੋਂ ਇੱਕ ਔਰਤ ਜਿਹੜੀ ਸੀਗੀ ਜੀ, ਉਹ ਇੱਕ ਮਤਲਬ ਵੱਖਰੇ ਤਰ੍ਹਾਂ ਦਾ ਕੰਮ ਕਰਦੀ ਸੀ, ਪਰ ਜਿਹੜੀਆਂ ਬਾਕੀ ਦੀਆਂ ਔਰਤਾਂ ਸੀਗੀਆਂ ਉਹ ਜਿਹੜੇ ਛੋਟੇ ਮਸਾਜ ਸੈਂਟਰ ਸੀਗੇ ਉੱਥੇ ਕੰਮ ਕਰਦੀਆਂ ਸੀਗੀਆਂ। ਔਰ ਇਹ ਆਪਣੇ ਨਾਲ ਮਤਲਬ ਇੱਕ ਕਿੱਟ ਜੀ ਲੈ ਕੇ ਜਾਂਦਾ ਸੀ, ਜਿਹਦੇ ਨਾਲ ਇਹ ਆਪਣਾ ਆਈਡੈਂਟੀਟੀ ਲੁਕਾਉਣ ਦੀ ਕੋਸ਼ਿਸ਼ ਕਰਦਾ ਸੀਗਾ। ਅਤੇ ਕਈ ਥਾਈਂ ਇਹਨੇ ਉਹਨਾਂ ਨੂੰ ਜਦੋਂ ਗਨ ਦਿਖਾਲ ਕੇ, ਜਿਹੜੀ ਨਕਲੀ ਗਨ ਦਿਖਾਲ ਕੇ ਉਹਨਾਂ ਨੂੰ ਕਮਰੇ 'ਚ ਲੈ ਜਾਣਾ, ਉੱਥੇ ਜਾ ਕੇ ਉਹਨਾਂ ਦੇ ਨਾਲ ਬਲਾਤਕਾਰ ਕਰਨਾ। ਇਸੇ ਤਰ੍ਹਾਂ ਹੀ ਇਹਨੇ ਲੁੱਟ ਖਸੁੱਟ ਵੀ ਜਿਹੜੀ ਹੈ ਜੀ ਕੀਤੀ ਕਈ ਜਗ੍ਹਾ ਦੇ ਉੱਤੇ ਜਾ ਕੇ। ਸੋ ਇਸ ਕਰਕੇ ਹੁਣ ਉਹਨੂੰ 13 ਸਾਲ ਦੀ ਜਿਹੜੀ ਜੀ ਇਹ ਸਜ਼ਾ ਜੱਜ ਸਾਹਿਬ ਨੇ ਸੁਣਾ ਦਿੱਤੀ ਆ। ਔਰ ਇਹ ਇੱਕ ਜਿਹੜੇ ਕੈਥੋਲਿਕ ਸਕੂਲ ਆ ਉੱਥੇ ਇਹ ਪੜ੍ਹਾਉਂਦਾ ਸੀ। ਉਹ ਜਦੋਂ ਦੀ ਇਹ 2022 ਦੀ ਗੱਲ, ਜਦੋਂ ਇਹਨੇ ਆਪਣੀ ਇਹ ਮੰਨ ਲਈ, ਪਲੀ ਗਿਲਟੀ ਕਰ ਲਿਆ, ਅਤੇ ਉਦੋਂ ਤੋਂ ਇਹਨੂੰ ਉਹ ਸਕੂਲ ਵਾਲਿਆਂ ਨੇ ਜੀ, ਜਿਹੜਾ ਸਕੂਲ ਬੋਰਡ ਆ, ਉਹਨਾਂ ਨੇ ਇਹਨੂੰ ਉੱਥੋਂ ਕੱਢ ਦਿੱਤਾ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ। ਭਲਕੇ ਮੁੜ ਹਾਜ਼ਰ ਹੋਵਾਂਗੇ, ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।